ਸਭ ਤੋਂ ਪਹਿਲੇ ਅਸੀਂ ਗੁਰੂ ਘਰ ਦੇ ਸੇਵਾਦਾਰ ਰਾਗੀ ਸਾਹਿਬਾਨ ਗ੍ਰੰਥੀ ਸਾਹਿਬਾਨਾਂ ਦੀ ਤਨਖਾਹ ਜਿਹੜੀ ਮੌਜੂਦਾ ਤਨਖਾਹ ਹੈ ਬਹੁਤ ਘੱਟ ਹੈ, ਅਸੀਂ ਇਸ ਨੂੰ ਡਬਲ ਕਰ ਦਿਆਂਗੇ। ਆਪਣੇ ਆਪਣੇ ਹਲਕਿਆਂ ਵਿੱਚ ਅਸੀਂ ਉੱਥੇ ਜ਼ਰੂਰ ਭੇਜਾਂਗੇ, ਹਰ ਇਲਾਕਿਆਂ ਵਿੱਚ, ਤਾਂ ਕਿ ਉੱਥੇ ਆਪਣੇ ਸਿੱਖ ਕੌਮ ਦੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਏ। ਔਰ ਅਫਸੋਸ ਹੈ ਕਿ ਸਾਡੇ ਕਿਸੇ ਵੀ ਧਾਰਮਿਕ ਜਥੇਬੰਦੀ, ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਸ ਦੇ ਉੱਪਰ ਆਵਾਜ਼ ਨਹੀਂ ਉਠਾਈ, ਕੋਈ ਪ੍ਰੋਟੈਸਟ ਨਹੀਂ ਕੀਤਾ, ਕੋਈ ਰੈਲੀ ਨਹੀਂ ਕੀਤੀ। ਗੁਰੂ ਘਰ ਦੇ ਸੇਵਾਦਾਰ ਰਾਗੀ ਸਾਹਿਬ ਵਾਸਤੇ ਕੋਈ ਇਹਨਾਂ ਨੇ ਉਹਨਾਂ ਦੀ ਤਰੱਕੀ ਵਾਸਤੇ, ਉਹਨਾਂ ਦੀ ਆਮਦਨ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ। ਪੂਰਾ ਦਾ ਪੂਰਾ ਤੁਸੀਂ ਕਬੀਲਾ ਨਾਲ ਲੈ ਕੇ ਅਹਿਮਦ ਸ਼ਾਹ ਅਬਦਾਲੀ ਤਰ੍ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਰਵਿੰਦਰ ਸਿੰਘ ਵੱਲੋਂ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ। ਦਰਸ਼ਕੋ, ਜਿੱਦਾਂ ਕਿ ਤੁਸੀਂ ਜਾਣਦੇ ਹੋ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣਾਂ 27 ਤਰੀਕ ਨੂੰ ਆਉਣ ਵਾਲੀਆਂ, ਅਤੇ ਜਿਨ੍ਹਾਂ ਨੁਮਾਇੰਦੇ ਨੇ ਆਪਣਾ ਨੋਮੀਨੇਸ਼ਨ ਜਿਹੜਾ ਫਾਈਲ ਕੀਤਾ ਸੀ, ਉਹ ਆਪਣੇ ਆਪਣੇ ਇਲਾਕੇ ਦੇ ਵਿੱਚ ਜਿਹੜੀ ਉਹਨਾਂ ਦੀ ਕੈਂਪੇਨਿੰਗ ਜਿਹੜੀ ਹੁਣ ਸਟਾਰਟ ਹੋ ਚੁੱਕੀ ਹੈ। ਅਤੇ ਉਸੀ ਦੇ ਸੰਬੰਧ ਦੇ ਵਿੱਚ ਅੱਜ ਆਪਾਂ ਹਲਕਾ ਗਾਡੀਗੜ੍ਹ ਵਿਖੇ ਆਏ ਹਾਂ, ਅਤੇ ਇੱਥੇ ਦੇ ਵੀਰ ਸਰਦਾਰ ਸੇਵਕ ਸਿੰਘ ਜੀ ਜਿਨ੍ਹਾਂ ਨੇ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਸੀ, ਅਤੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਅਤੇ ਉਹਨਾਂ ਦੇ ਵਿਚਾਰ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀ ਕਿਹੜੀ ਚੀਜ਼ਾਂ ਨੂੰ, ਮੁੱਦਿਆਂ ਨੂੰ ਅੱਗੇ ਲੈ ਕੇ ਜਿਹੜੀ ਗੁਰੂ ਘਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ। ਸਭ ਤੋਂ ਪਹਿਲਾਂ ਤਾਂ ਵੀਰ ਜੀ, ਇੱਕ ਬਾਣੀ ਚੈਨਲ ਦੇ ਉੱਪਰ ਮੈਂ ਤੁਹਾਡਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਚਾਹਾਂਗਾ ਕਿ ਤੁਸੀਂ ਜਿਹੜੇ ਆਪਣੇ ਸ਼ਬਦ ਨੂੰ ਇੱਕ ਬਾਣੀ ਚੈਨਲ ਦੇ ਉੱਪਰ ਰੱਖੋ। ਸਭ ਤੋਂ ਪਹਿਲਾਂ ਮੈਂ ਇੱਕ ਬਾਣੀ ਚੈਨਲ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਹੜੇ ਕਿ ਇਸ ਇਲੈਕਸ਼ਨ ਦੇ ਟਾਈਮ ਦਾਸ ਕੋਲ ਆਏ ਹਨ, ਦਾਸ ਦੇ ਵਿਚਾਰ ਸੁਣਨ ਵਾਸਤੇ। ਇਹ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਜਿਨ੍ਹਾਂ ਦੀ ਚੋਣ 27 ਜੂਨ ਨੂੰ ਹੋਣੀ ਹੈ, ਮੈਂ ਵੀ ਉਹਦੇ ਵਿੱਚ ਇੱਕ ਕੈਂਡੀਡੇਟ ਹਾਂ, ਉਮੀਦਵਾਰ ਹਾਂ। ਔਰ ਦਰਅਸਲ ਮੈਂ ਜਿਹੜੀਆਂ ਪਿਛਲੀਆਂ ਕਮੇਟੀਆਂ ਇੱਥੇ ਰਹੀਆਂ ਹਨ, ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ, ਕਿ ਜਿਸ ਤਰੀਕੇ ਨਾਲ ਉਹਨਾਂ ਦਾ ਸਮਾਂ ਬੀਤਿਆ ਹੈ, ਜੋ ਗੁਰੂ ਘਰ ਦੀਆਂ ਬੇਅਦਬੀਆਂ, ਗੁਰੂ ਘਰ ਦੀਆਂ ਪ੍ਰਾਪਰਟੀਆਂ ਦੀਆਂ ਖੁਰਦ-ਬੁਰਦ, ਗੁਰੂ ਘਰ ਦੀਆਂ ਗੋਲਕਾਂ ਦਾ ਮਿਸਯੂਜ਼ ਹੋਇਆ ਹੈ, ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਖਾਮੋਸ਼ੀ, ਜਿਹੜੇ ਪ੍ਰਬੰਧਕ ਹਨ ਉਹਨਾਂ ਨੇ ਖਾਮੋਸ਼ੀ ਇਖਤਿਆਰ ਕੀਤੀ ਸੀ। ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਮੈਂਬਰਾਨਾਂ ਨੇ ਹੀ ਜਿਸ ਚੀਜ਼ ਨੂੰ ਉਜਾਗਰ ਕੀਤਾ, ਜਿਸ ਨੂੰ ਦੇਖ ਕੇ ਮਨ 'ਚ ਕਾਫੀ ਰੋਸ ਪੈਦਾ ਹੋਇਆ। ਔਰ ਜਿਹੜੇ ਇਹ ਇਲੈਕਸ਼ਨਾਂ ਆਈਆਂ ਹਾਈ ਕੋਰਟ ਦੇ ਆਰਡਰ ਤੋਂ ਬਾਅਦ, ਅਤੇ ਮਨ ਵਿੱਚ ਇਹ ਵਿਚਾਰ ਆਇਆ ਕਿ ਮੈਨੂੰ ਵੀ ਇਸ ਦੇ ਵਿੱਚ ਉਤਰਨਾ ਚਾਹੀਦਾ ਹੈ। ਲੇਕਿਨ ਫਿਰ ਮੇਰੀ ਆਤਮਾ ਤੋਂ ਮੈਂ ਸਵਾਲ ਕੀਤਾ, ਕਿਆ ਮੈਂ ਪਰਪੱਕ ਹਾਂ ਇਸ ਵਾਸਤੇ ਉਤਰਨ ਵਾਸਤੇ? ਅਤੇ ਫਿਰ ਬਾਕਾਇਦਾ ਮੈਂ ਆਪਣੇ ਆਪ ਨੂੰ ਉਸ ਕਾਬਲ ਬਣਾਇਆ, ਪ੍ਰੋਪਰ ਅੰਮ੍ਰਿਤ ਦਾ ਪਾਨ ਕਰਕੇ, ਪੂਰਨ ਪਰਪੱਕ ਹੋ ਕੇ ਮੈਂ ਵੀ ਇਸ ਚੁਣਾਵ ਦੇ ਵਿੱਚ ਉਤਰਿਆ ਹਾਂ। ਮੇਰਾ ਜੋ ਮੈਨੀਫੈਸਟੋ ਹੈ ਇਸ ਚੁਣਾਵ ਦਾ, ਖਾਸ ਕਰ ਮੈਂ ਬੇਨਤੀ ਕਰਦਾ ਹਾਂ ਹਲਕਾ ਗਾਡੀਗੜ੍ਹ ਦੀ ਸੰਗਤ ਨੂੰ, ਕਿ ਇਹ ਬੜੀ ਮੰਦਭਾਗੀ ਗੱਲ ਹੈ ਜਿਹੜੀ ਸਾਡੇ ਉੱਪਰ ਇਲੈਕਸ਼ਨ ਥੋਪੀ ਗਈ ਹੈ। ਐਕਚੁਅਲੀ ਇਹ ਗੁਰੂ ਘਰ ਦੀ ਨਿਸ਼ਕਾਮ ਸੇਵਾ ਵਾਸਤੇ ਕਮੇਟੀ ਬਣਨੀ ਹੈ, ਅਤੇ ਇਸ ਕਮੇਟੀ ਦੇ ਵਿੱਚ ਸਾਨੂੰ ਸਿਲੈਕਸ਼ਨ ਚਾਹੀਦੀ ਸੀ। ਹਾਲ ਹੀ ਪਿੱਛੇ ਮੈਂ ਸਰਦਾਰ ਤਰਲੋਚਨ ਸਿੰਘ ਜੀ, ਚੇਅਰਮੈਨ, ਸਾਬਕਾ ਚੇਅਰਮੈਨ ਮਿਨਾਰਟੀ ਕਮਿਸ਼ਨ ਗੌਰਮੈਂਟ ਆਫ ਇੰਡੀਆ ਦੇ, ਉਹਨਾਂ ਦੇ ਵਿਚਾਰ ਸੁਣੇ। ਬੜੇ ਹੀ ਸੋਹਣੇ ਢੰਗ ਨਾਲ ਉਹਨਾਂ ਨੇ ਦੱਸਿਆ ਹੈ ਕਿ ਦੁਨੀਆ ਦਾ ਅਗਰ ਸਭ ਤੋਂ ਅਮੀਰ ਸਿੱਖ ਔਰ ਅਮੀਰ ਗੁਰਦੁਆਰਾ ਅਗਰ ਹੈ ਤਾਂ ਉਹ ਬੈਂਕਾਕ ਦੇ ਵਿੱਚ ਹੈ, ਜਿਹਦਾ ਚੜਾਵਾ ਗੋਲਡਨ ਟੈਂਪਲ ਅੰਮ੍ਰਿਤਸਰ ਤੋਂ ਵੀ ਜ਼ਿਆਦਾ ਹੈ, ਦਰਬਾਰ ਸਾਹਿਬ ਤੋਂ ਵੀ ਜ਼ਿਆਦਾ ਉਹ ਚੜਾਵਾ ਹੁੰਦਾ ਹੈ। ਲੇਕਿਨ ਪਿਛਲੇ 42, 43, 44, 45 ਸਾਲਾਂ ਤੋਂ ਉੱਥੇ ਕਦੇ ਇਲੈਕਸ਼ਨ ਨਹੀਂ ਹੋਈ, ਬਲਕਿ ਸਿਲੈਕਸ਼ਨ ਹੁੰਦੀ ਹੈ। ਔਰ ਸਿਲੈਕਸ਼ਨ ਦਾ ਪ੍ਰੋਸੈਸ ਇਤਨਾ ਸਿੰਪਲ ਹੈ ਕਿ ਇੱਕ ਦਫਾ ਕਹਿੰਦੇ ਹਨ ਕਿ ਉੱਥੇ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਉਦਮ ਸਿੰਘ ਜੀ ਨੇ, ਜਦੋਂ ਕਮੇਟੀ ਦਾ ਟਾਈਮ ਪੂਰਾ ਹੋਇਆ ਅਤੇ ਸੰਗਤ ਨੂੰ ਪੁੱਛਿਆ ਕਿ ਕਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹੋ? ਸੰਗਤ ਨੇ ਕਿਹਾ ਜੀ ਹਾਂ। ਕਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰਾ ਹਜ਼ੂਰ ਹਨ, ਜ਼ਾਹਿਰਾ ਜ਼ਹੂਰ ਹਨ, ਸਰਬ ਕਲਾ ਭਰਪੂਰ ਹਨ,
ਤਾਂ ਸੰਗਤ ਦਾ ਜਵਾਬ ਸੁਣ ਕੇ ਉਹਨਾਂ ਨੇ ਕਿਹਾ ਫਿਰ ਇਸ ਦਫਾ ਗੁਰੂ ਸਾਹਿਬ ਆਪ ਆਪਣੀ ਕਮੇਟੀ ਚੁਣਨਗੇ। ਤਾਂ ਸੰਗਤ ਕਹਿ ਲਈ ਕਿ ਮਹਾਰਾਜ ਉਹ ਕਿਸ ਤਰ੍ਹਾਂ। ਤਾਂ ਗਿਆਨੀ ਜੀ ਨੇ ਕਿਹਾ ਕਿ ਕਿਹੜੇ ਕਿਹੜੇ ਉਮੀਦਵਾਰ ਇਸ ਦਫਾ ਕਮੇਟੀ ਵਿੱਚ ਆਉਣਾ ਚਾਹੁੰਦੇ ਹਨ ਉਹ ਸੰਗਤ ਵਿੱਚ ਖੜੇ ਹੋ ਜਾਣ। ਉੱਥੇ ਹੀ ਸੰਗਤ ਦੇ ਵਿੱਚ ਉਹ ਉਮੀਦਵਾਰ ਖੜੇ ਹੋ ਗਏ ਤੇ ਉਹਨਾਂ ਨੇ ਪੈਨ ਤੇ ਕਾਗਜ਼ ਦੇ ਕੇ ਕਿਹਾ ਕਿ ਆਪਣਾ ਆਪਣਾ ਨਾਮ ਲਿਖ ਕੇ ਤੁਸੀਂ ਗੁਰੂ ਮਹਾਰਾਜ ਦੇ ਅੱਗੇ ਰੱਖ ਦਿਓ। ਉਹਨਾਂ ਸਾਰਿਆਂ ਨੇ ਆਪਣੇ ਨਾਮ ਲਿਖ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੱਗੇ ਰੱਖੇ। ਗਿਆਨੀ ਜੀ ਨੇ ਅਰਦਾਸ ਕਰਨ ਤੋਂ ਬਾਅਦ ਇੱਕ ਬੱਚੇ ਨੂੰ ਉਠਾਇਆ ਤੇ ਉਹਨੂੰ ਕਿਹਾ ਕਿ 11 ਪਰਚੀਆਂ ਨੇ ਤੂੰ ਬੱਚੇ ਚੁਣ। ਪਰਚੀਆਂ ਚੁਣਨ ਤੋਂ ਬਾਅਦ ਉਹਨੇ ਕਿਹਾ ਭਈ ਇਹ ਕਮੇਟੀ ਗੁਰੂ ਸਾਹਿਬ ਨੇ ਆਪ ਬਣਾ ਦਿੱਤੀ ਹੈ ਤੇ ਉਹ ਪਿਛਲੇ 42 ਸਾਲ ਤੋਂ ਲਗਾਤਾਰ ਇਹ ਸਿਸਟਮ ਚੱਲਦਾ ਆ ਰਿਹਾ ਹੈ। ਅੱਜ ਦਿਨ ਤੱਕ ਨਾ ਕਦੇ ਉਸ ਗੁਰਦੁਆਰੇ ਵਿੱਚ ਲੜਾਈ ਝਗੜਾ ਹੋਇਆ ਹੈ, ਜਦਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਚੜ੍ਹਾਵਾ ਉਸ ਗੁਰਦੁਆਰੇ ਦੇ ਵਿੱਚ ਹੈ। ਨਾ ਹੀ ਕੋਈ ਬੈਂਕਾਕ ਵਿੱਚ ਦੂਸਰਾ ਗੁਰਦੁਆਰਾ ਉਹਨਾਂ ਨੇ ਬਣਾਇਆ। ਤੇ ਮੈਂ ਇਹ ਸਮਝਦਾ ਕਿ ਅਗਰ ਇਸ ਤਰੀਕੇ ਨਾਲ ਸਾਡੇ ਇੱਥੇ ਦੇ ਵੀ ਧਾਰਮਿਕ ਮੁਖੀ ਜਾਂ ਪੰਥ ਦੇ ਆਗੂ ਇਸ ਸਿਸਟਮ ਨੂੰ ਅਪਣਾਉਂਦੇ ਉਹ ਜ਼ਿਆਦਾ ਅੱਛਾ ਸੀ, ਬਜਾਏ ਇਸ 'ਤੇ ਇਹ ਇਲੈਕਸ਼ਨ ਕਰਾ ਕੇ ਇਹ ਗਰੁੱਪਬਾਜੀ, ਇਹ ਧੜਾਬਾਜੀ, ਆਪਸ ਵਿੱਚ ਨਫ਼ਰਤਾਂ, ਇਹ ਫਲਾਣੀਆਂ ਚੰਗੀਆਂ ਗੱਲਾਂ ਨਹੀਂ ਹਨ। ਬਿਲਕੁਲ ਜਿੱਦਾਂ ਤੁਸੀਂ ਪਹਿਲੀ ਗੱਲ ਰੱਖੀ ਹੈ ਸੰਗਤ ਦੇ ਸਾਹਮਣੇ ਕਿ ਜਿਹੜਾ ਵੀ ਨੁਮਾਇੰਦਾ ਗੁਰੂ ਘਰ ਦੀ ਇਹ ਸੇਵਾ ਹੀ ਕਹਾਂਗਾ ਮੈਂ ਪ੍ਰਬੰਧਕ ਤੇ ਬਾਅਦ ਦੇ ਵਿੱਚ ਆਉਂਦਾ ਹੈ, ਜਿਹੜੇ ਸੇਵਾ ਵਿੱਚ ਅੱਗੇ ਆਉਂਦਾ ਉਹ ਖੁਦ ਵੀ ਪੂਰਨ ਰੂਪ ਤੋਂ ਅੰਮ੍ਰਿਤਧਾਰੀ ਹੋਏ, ਬਾਣੇ ਅਤੇ ਬਾਣੀ ਨਾਲ ਜੁੜੇ ਹੋਏ। ਜਿਹੜੇ ਉਹ ਬਾਣੀ ਤੇ ਬਾਣੇ ਨਾਲ ਜੁੜਿਆ ਹੋਇਆ ਖੁਦ ਹੋਏਗਾ ਤਾਂ ਹੀ ਸੰਗਤ ਨੂੰ ਜਿਹੜਾ ਵੱਧ ਤੋਂ ਵੱਧ ਸੰਦੇਸ਼ ਜਿਹੜਾ ਗੁਰੂ ਸਾਹਿਬ ਦਾ ਦੇ ਸਕੇਗਾ। ਅਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਉਹ ਸਿਲੈਕਸ਼ਨ ਦੀ, ਇਲੈਕਸ਼ਨ ਨਾ ਹੋ ਕੇ ਸਿਲੈਕਸ਼ਨ ਦੇ ਵੱਲ ਜਾਣਾ ਚਾਹੀਦਾ ਸੀ। ਇਹ ਵੀ ਕਿਧਰੇ ਨਾ ਕਿਧਰੇ ਸੰਗਤ ਨੂੰ ਸੋਚਣ ਵਾਲਾ, ਹਾਲਾਂਕਿ ਕਈ ਇਲਾਕਿਆਂ ਤੋਂ ਆਪਾਂ ਕਵਰੇਜ ਵੀ ਕੀਤੀ ਹੈ, ਸੰਗਤ ਦੇ ਸਾਹਮਣੇ ਵੀ ਉਹਨਾਂ ਨੂੰ ਰੂਬਰੂ ਕਰਵਾਇਆ ਜਿੱਥੇ ਕਿ ਸਿਲੈਕਸ਼ਨ ਦੇ ਵੱਲ ਤੁਰੇ ਹਨ ਤੇ ਸ਼ਾਬਾਸ਼ ਉੱਥੇ ਦੀ ਸੰਗਤ ਨੂੰ ਤੇ ਮਹਾਰਾਜ ਉਹਨਾਂ ਦੇ ਉੱਪਰ ਹੋਰ ਕਿਰਪਾ ਕਰਨ। ਤੇ ਹੁਣ ਸਾਡੇ ਦਰਸ਼ਕ ਇਹ ਵੀ ਜਾਣਨਾ ਚਾਹਣਗੇ ਤੁਹਾਡੇ ਕਿ ਮੈਨੀਫੈਸਟੋ ਦੇ ਵਿੱਚ ਕਿਹੜੇ ਐਸੇ ਮੁੱਦੇ ਨੇ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਸੰਗਤ ਦੇ ਸਾਹਮਣੇ ਲੈ ਕੇ ਜਾਓਗੇ ਤੁਸੀਂ ਕੈਂਪੇਨਿੰਗ ਦੇ ਦੌਰ ਤੇ ਉਹ ਮੈਂ ਚਾਹਾਂਗਾ ਕਿ ਤੁਸੀਂ ਦਰਸ਼ਕਾਂ ਦੇ ਸਾਹਮਣੇ ਰੱਖੋ। ਬਿਲਕੁਲ, ਅਸੀਂ ਸੰਗਤ ਕੋਲ ਜਾ ਰਹੇ ਹਾਂ, ਹਰ ਇਲਾਕੇ ਵਿੱਚ ਜਾ ਰਹੇ ਹਾਂ। ਸਾਡੇ ਮੈਨੀਫੈਸਟੋ ਦਾ ਜਿਹੜਾ ਮੇਨ ਮੁੱਦਾ ਇਹ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਸਿੱਖ ਕੌਮ 'ਤੇ ਬੜਾ ਭਿਆਨਕ ਆਉਣ ਰਿਹਾ ਹੈ, ਕਿਉਂਕਿ ਸਾਡੇ ਗੁਰੂ ਘਰਾਂ ਦੇ ਸੇਵਾਦਾਰ, ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ ਜੋ ਹਨ ਉਹਨਾਂ ਦੀ ਮਾਲੀ ਹਾਲਾਤ ਬਹੁਤ ਘੱਟ ਹੈ। ਔਰ ਅੱਜ ਦੇ ਜ਼ਮਾਨੇ ਵਿੱਚ ਇੱਕ ਛੋਟੇ ਤੋਂ ਛੋਟਾ ਇੰਪਲਾਈ ਵੀ ਉਹ ਇਹ ਚਾਹੁੰਦਾ ਹੈ ਕਿ ਮੇਰਾ ਬੱਚਾ ਡਾਕਟਰ ਬਣੇ, ਇੰਜੀਨੀਅਰ ਬਣੇ, ਅੱਛੀ ਕਿਸੇ ਪੁਲਿਸ ਪੋਸਟ 'ਚ ਜਾਏ, ਐਡਮਿਨਿਸਟ੍ਰੇਸ਼ਨ 'ਚ ਜਾਏ, ਬੈਂਕ 'ਚ ਜਾਏ। ਲੇਕਿਨ ਸਾਡੇ ਇਹ ਮਹਾਰਾਜ ਦੇ ਵਜ਼ੀਰਾਂ ਦੀ ਤਨਖਾਹ ਇਤਨੀ ਘੱਟ ਹੈ ਕਿ ਉਹਨਾਂ ਨੂੰ ਆਪਣਾ ਬੱਚੇ ਵੀ ਪਾਲਣਾ ਬੜਾ ਮੁਸ਼ਕਿਲ ਹੋ ਰਿਹਾ ਹੈ। ਤੇ ਆਉਣ ਵਾਲੇ ਸਮੇਂ 'ਚ ਕੌਣ ਗ੍ਰੰਥੀ ਰਾਗੀ ਚਾਹੇਗਾ ਕਿ ਮੇਰਾ ਬੱਚਾ ਗੁਰੂ ਘਰ ਦਾ ਸੇਵਾਦਾਰ ਬਣੇ, ਰਾਗੀ ਬਣੇ ਜਾਂ ਗ੍ਰੰਥੀ ਬਣੇ। ਉਸ ਵਾਸਤੇ ਸਾਨੂੰ ਇੱਕ ਉਪਰਾਲਾ ਜੋ ਸਾਡੇ ਮੈਨੀਫੈਸਟੋ ਵਿੱਚ ਹੈ, ਸਭ ਤੋਂ ਪਹਿਲਾ ਉਪਰਾਲਾ ਅਸਾਂ ਜਿਹੜਾ ਆਪਣਾ ਪੁਆਇੰਟ ਰੱਖਿਆ ਹੈ ਉਹ ਇਹ ਹੈ ਕਿ ਜੇ ਸਾਡੀ ਕਮੇਟੀ ਅੱਗੇ ਆਉਂਦੀ ਹੈ, ਸਭ ਤੋਂ ਪਹਿਲੇ ਅਸੀਂ ਗੁਰੂ ਘਰ ਦੇ ਸੇਵਾਦਾਰ, ਰਾਗੀ ਸਾਹਿਬਾਨ, ਗ੍ਰੰਥੀ ਸਾਹਿਬਾਨਾਂ ਦੀ ਤਨਖਾਹ ਜਿਹੜੀ ਮੌਜੂਦਾ ਤਨਖਾਹ ਹੈ ਬਹੁਤ ਘੱਟ ਹੈ, ਅਸੀਂ ਇਸ ਨੂੰ ਡਬਲ ਕਰ ਦਿਆਂਗੇ। ਉਸ ਤੋਂ ਇਲਾਵਾ ਅਸੀਂ ਬਾਕਾਇਦਾ ਇਹਨਾਂ ਦਾ ਪ੍ਰੋਵੀਡੈਂਟ ਫੰਡ ਦਾ ਅਕਾਊਂਟ ਖੋਲਾਂਗੇ, ਇਹਨਾਂ ਦੀਆਂ ਲਾਈਫ ਇੰਸ਼ੋਰੈਂਸ ਕਰਾਂਗੇ। ਔਰ ਇੱਥੇ ਤੱਕ ਹੀ ਨਹੀਂ ਬਲਕਿ ਇਹਨਾਂ ਦੇ ਜਿਹੜੇ ਬੱਚੇ ਪਰਿਵਾਰ ਜਿਹੜਾ ਹੈ ਉਹਨਾਂ ਦੀ ਵੀ ਮਾਲੀ ਇਮਦਾਦ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਔਰ ਗੌਰਮੈਂਟ ਸਰਵਿਸਾਂ ਵਿੱਚ ਵੀ ਅਸੀਂ ਇਹਨਾਂ ਦੇ ਬੱਚਿਆਂ ਦੀ ਰਿਕਮੈਂਡੇਸ਼ਨ ਜੋ ਹੈ DGPC ਤਰਫੋਂ ਹਰ ਡਿਪਾਰਟਮੈਂਟ ਨੂੰ ਦੇਵਾਂਗੇ। ਔਰ ਖਾਲੀ ਇੱਥੇ ਤੱਕ ਹੀ ਨਹੀਂ, ਸਿਰਫ ਇਹਨਾਂ ਮੁਲਾਜ਼ਮਾਂ ਤੱਕ ਹੀ ਨਹੀਂ ਬਲਕਿ ਆਪਣੇ ਇਲਾਕੇ ਦੇ ਵਿੱਚ ਖਾਸ ਕਰ ਹਲਕਾ ਗਾੜੀਗੜ੍ਹ ਦਾ ਇਲਾਕਾ ਜਿਹੜਾ ਹੈ ਜੇ ਵੀ ਕੰਸਟੀਚੁਐਂਸੀ ਪੜਦੀ ਹੈ, ਇਸ ਕੰਸਟੀਚੁਐਂਸੀ ਦੇ ਅੰਦਰ ਜਿਹੜੇ ਵੀ ਗਰੀਬ ਪਰਿਵਾਰ ਹੋਣਗੇ ਉਹਨਾਂ ਦੇ ਬੱਚਿਆਂ ਦੀ ਅਸੀਂ ਪੂਰੀ ਮਾਲੀ ਇਮਦਾਦ DGPC ਉਠਾਏਗੀ, ਐਜੂਕੇਸ਼ਨ ਦੇ ਵਿੱਚ, ਉਹਨਾਂ ਦੇ ਨੌਕਰੀ ਪੇਸ਼ਿਆਂ ਵਿੱਚ, ਤਾਂ ਕਿ ਅਸੀਂ ਆਪਣੀ ਸਿੱਖ ਕੌਮ ਨੂੰ ਅੱਗੇ ਲੈ ਕੇ ਚੱਲ ਸਕੀਏ। ਕਿਧਰੇ ਨਾ ਕਿਧਰੇ ਇਸ ਦੇ ਵਿੱਚ ਹੀ ਤੁਸੀਂ ਜਿਹੜੀ ਮੇਨ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਸਿੱਖ ਕੌਮ ਨੂੰ ਚਾਹੀਦਾ ਸੀ ਤੁਸੀਂ ਉਹਦੇ ਉੱਪਰ ਪੂਰਾ ਸਪਸ਼ਟੀਕਰਨ ਆਪਣਾ ਦਿੱਤਾ ਹੈ, ਕਿਉਂਕਿ ਗੁਰੂ ਘਰ ਦੇ ਵਜ਼ੀਰ ਤੇ ਆਪਾਂ ਕਹਿੰਦੇ ਹਾਂ ਅਗਰ ਵਜ਼ੀਰਾਂ ਵਰਗਾ ਉਹਨਾਂ ਨਾਲ ਕੰਮ ਨਾ ਕੀਤਾ ਜਾਏ ਤਾਂ ਕਿਧਰੇ ਨਾ ਕਿਧਰੇ ਸਾਡੀ ਸਾਰੀ ਹੀ ਸੰਗਤ ਵਾਸਤੇ ਸ਼ਰਮ ਦੀ ਗੱਲ ਵੀ ਮੈਂ ਕਹਿ ਸਕਦਾ ਤੁਹਾਡੇ ਅੱਗੇ। ਕਿਉਂਕਿ ਜਦੋਂ ਗੁਰੂ ਨਾਨਕ ਮਹਾਰਾਜ ਨੇ 13 ਦਾ ਹੁਕਮ ਦਿੱਤਾ ਸਿੱਖ ਪੰਥ ਨੂੰ, ਆਪਾਂ ਦੇਣਾ ਸਿੱਖਿਆ, ਲੈਣਾ ਨਹੀਂ ਸਿੱਖਿਆ। ਲੇਕਿਨ ਉਸੇ ਗੁਰੂ ਘਰ ਦੇ ਵਜ਼ੀਰ ਜਿਹੜੀ ਪੂਰੀ ਜ਼ਿੰਦਗੀ ਆਪਣੀ ਕੌਮ ਪਿੱਛੇ ਲਾ ਦਿੰਦੇ ਨੇ, ਅਗਰ ਉਹਨਾਂ ਨੂੰ ਆਪਣੀ
ਜ਼ਰੂਰਤਾਂ ਨੂੰ ਪੂਰਾ ਨਾ ਕਰ ਪਾਉਣ ਅਤੇ ਉਹਨਾਂ ਨੂੰ ਕਿਤੇ ਹੋਰ ਜਾਣਾ ਪਏ ਤੇ ਬੜੀ ਹੀ ਮੰਦਭਾਗੀ ਗੱਲ ਆ ਸਾਡੀ ਸਿੱਖ ਕੌਮ ਵਾਸਤੇ। ਅਤੇ ਜਿਹੜੇ ਸ਼ਬਦ ਤੁਸੀਂ ਕਹੇ ਹਨ, ਮੈਂ ਸਾਧ ਸੰਗਤ ਨੂੰ ਵੀ ਕਹਿਣਾ ਚਾਹਾਂਗਾ ਕਿ ਜਦੋਂ ਵੀ ਨੁਮਾਇੰਦਾ ਆਪਣਾ ਨੋਮੀਨੇਸ਼ਨ ਫਾਈਲ ਕਰਦਾ ਨਾ, ਕਿਧਰੇ ਨਾ ਕਿਧਰੇ ਤੁਹਾਡੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਐਸੇ ਮੁੱਦਿਆਂ ਨੂੰ ਵੱਧ ਚੜ੍ਹ ਕੇ ਨੁਮਾਇੰਦਿਆਂ ਦੇ ਅੱਗੇ ਲਿਆਇਆ ਜਾਏ। ਅਤੇ ਹੁਣ ਵੀਰ ਜੀ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗਾ ਕਿ ਹੋਰ ਕਿਹੜੇ ਐਸੇ ਮੁੱਦੇ ਜਿਹੜੇ ਤੁਸੀਂ ਸਿੱਖ ਕੌਮ ਦੇ ਅੱਗੇ ਅਤੇ ਸੰਗਤ ਦੇ ਸਾਹਮਣੇ ਇਸ ਕੈਂਪੇਨਿੰਗ ਦੌਰਾਨ ਲੈ ਕੇ ਜਾਓਗੇ? ਬਿਲਕੁਲ, ਦੂਸਰਾ ਸਾਡਾ ਪੁਆਇੰਟ ਹੈ, ਅਸੀਂ ਲੈ ਕੇ ਜਾ ਵੀ ਰਹੇ ਹਾਂ ਕਿ ਕਿਸੇ ਵੀ ਕੌਮ ਨੂੰ ਖਤਮ ਕਰਨਾ ਹੋਏ ਤਾਂ ਕਹਿੰਦੇ ਨੇ ਸਭ ਤੋਂ ਪਹਿਲੇ ਉਸ ਦਾ ਵਿਰਸਾ ਖਤਮ ਕੀਤਾ ਜਾਏ, ਉਹਦੀ ਮਾਂ ਬੋਲੀ ਨੂੰ ਖਤਮ ਕੀਤਾ ਜਾਏ, ਉਹ ਕੌਮ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਔਰ ਬੜੇ ਅਫਸੋਸ ਦੀ ਕਹਿਣ ਦੀ ਗੱਲ ਕਰੇਗੀ ਕਿ ਅੱਜ ਤੋਂ ਸੈਂਚਰੀ ਓਲਡ ਸਾਡੀ ਪੰਜਾਬੀ ਲੈਂਗੁਏਜ, ਜਿਹੜੇ ਖੁਦ ਅਸੀਂ ਪ੍ਰਾਇਮਰੀ ਲੈਵਲ 'ਤੇ ਸਕੂਲਾਂ 'ਤੇ ਪੜ੍ਹੇ ਹਾਂ, ਹਾਈ ਸਕੂਲਾਂ ਵਿੱਚ ਵੀ ਪੜ੍ਹੇ ਹਾਂ, ਕਾਲਜਾਂ 'ਚ ਪੜ੍ਹੇ ਹਾਂ, ਯੂਨੀਵਰਸਿਟੀਆਂ 'ਚ ਪੜ੍ਹੇ ਹਾਂ, ਲੇਕਿਨ ਅੱਜ ਗੌਰਮੈਂਟ ਦੀ ਇੱਕ ਸਾਜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਪੰਜਾਬੀ ਲੈਂਗੁਏਜ ਨੂੰ ਗੌਰਮੈਂਟ ਦੀ ਲਿਸਟ ਵਿੱਚੋਂ ਇਹਨਾਂ ਨੇ ਬਾਹਰ ਕੱਢ ਦਿੱਤਾ। ਔਰ ਅਫਸੋਸ ਹੈ ਕਿ ਸਾਡੇ ਕਿਸੇ ਵੀ ਧਾਰਮਿਕ ਜਥੇਬੰਦੀ, ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਸ ਦੇ ਉੱਪਰ ਆਵਾਜ਼ ਨਹੀਂ ਉਠਾਈ, ਕੋਈ ਪ੍ਰੋਟੈਸਟ ਨਹੀਂ ਕੀਤਾ, ਕੋਈ ਰੈਲੀ ਨਹੀਂ ਕੀਤੀ। ਔਰ ਅਸੀਂ ਚਾਹਾਂਗੇ ਕਿ ਪੰਜਾਬੀ ਲੈਂਗੁਏਜ ਨੂੰ ਜਲਦੀ ਤੋਂ ਜਲਦੀ ਇਸ ਨੂੰ ਲਾਗੂ ਕੀਤਾ ਜਾਏ। ਔਰ ਜਦ ਤੱਕ ਗੌਰਮੈਂਟ ਲਾਗੂ ਨਹੀਂ ਕਰਦੀ, DGPC ਤਰਫੋਂ ਅਸੀਂ ਪੰਜਾਬੀ ਟੀਚਰ ਅਪਾਇੰਟ ਕਰਕੇ ਆਪਣੇ ਹਲਕਿਆਂ ਵਿੱਚ ਅਸੀਂ ਉੱਥੇ ਜ਼ਰੂਰ ਭੇਜਾਂਗੇ, ਹਰ ਇਲਾਕਿਆਂ ਵਿੱਚ, ਤਾਂ ਕਿ ਉੱਥੇ ਆਪਣੇ ਸਿੱਖ ਕੌਮ ਦੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਏ, ਆਪਣੀ ਮਾਤਰ ਬੋਲੀ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ ਹੈ ਉਸ ਤੋਂ ਜਾਣੂ ਕਰਵਾਇਆ ਜਾਏ। ਕਿਉਂਕਿ ਜਦ ਤੱਕ ਬੱਚਿਆਂ ਨੂੰ ਆਪਣੀ ਮਾਂ ਬੋਲੀ ਦਾ ਹੀ ਪਤਾ ਨਹੀਂ ਹੋਏਗਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਿਸ ਤਰ੍ਹਾਂ ਕਰਨਗੇ, ਸਿੱਖੀ ਨਾਲ ਕਿਸ ਤਰ੍ਹਾਂ ਜੁੜਨਗੇ। ਇਹ ਸਭ ਤੋਂ ਦੂਸਰਾ ਨੰਬਰ ਸਾਡਾ ਇਹ ਬੜਾ ਵੱਡਾ ਕਾਜ ਹੋਏਗਾ। ਬਿਲਕੁਲ ਤੁਸੀਂ ਇਸ ਦੇ ਪੰਜਾਬੀ ਦੇ ਉੱਪਰ ਵੀ ਦੱਸਿਆ। ਅਤੇ ਵੀਰ ਜੀ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿੱਦਾਂ ਆਪਾਂ ਕਹਿੰਦੇ ਆ ਕਿ ਆਪਾਂ ਤਾਂ ਹੀ ਗੌਰਮੈਂਟ ਦੇ ਸਾਹਮਣੇ ਇਸ ਚੀਜ਼ ਨੂੰ ਰੱਖ ਪਾਵਾਂਗੇ ਜਿਹੜੇ ਸ਼ੁਰੂਆਤ ਆਪਾਂ ਆਪਣੇ ਤੋਂ ਸਟਾਰਟ ਕਰਾਂਗੇ। ਅਗਰ ਪ੍ਰਬੰਧਕ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਦੇ ਵਜ਼ੀਰਾਂ ਦੀ ਇਹ ਮਤਲਬ ਡਿਊਟੀ ਲਗਾਉਣ ਕਿ ਗੁਰਦੁਆਰਾ ਸਾਹਿਬ ਦੇ ਵਿਖੇ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਏ ਔਰ ਉਹ ਮਾਂ ਬੋਲੀ ਪੰਜਾਬੀ ਨਾਲ ਜੁੜਨ, ਤਾਂ ਮੈਨੂੰ ਲੱਗਦਾ ਜਿਲੇ ਹਰ ਘਰ ਦਾ ਬੱਚਾ ਪੰਜਾਬੀ ਦੇ ਵੱਲ ਤੁਰੇਗਾ ਅਤੇ ਆਪਣੇ ਆਪ ਹੀ ਉਹ ਜਿਹੜੀ ਪੰਜਾਬੀ ਹੈ ਉਹ ਉਹਨਾਂ ਨੂੰ ਲਾਗੂ ਕਰਨੀ ਪਏਗੀ। ਅਤੇ ਇਹ ਵਿਚਾਰ ਵੀ ਤੁਸੀਂ ਆਪਣੇ ਸੰਗਤ ਦੇ ਸਾਹਮਣੇ ਦੱਸੇ ਹਨ। ਅਤੇ ਹੋਰ ਕਿਹੜਾ ਐਸਾ ਮੁੱਦਾ ਜਿਹੜਾ ਮੇਨ ਤੁਹਾਨੂੰ ਲੱਗਦਾ ਤੁਸੀਂ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦੇ ਹੋ? ਹੋਰ ਮੁੱਦਾ ਇਹ ਹੈ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਸਿਰਫ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਨਹੀਂ, ਬਲਕਿ ਸਾਡੀ ਇੱਕ ਧਾਰਮਿਕ ਸੰਸਥਾ ਹੈ। ਔਰ ਧਰਮ ਪ੍ਰਚਾਰ ਵਾਸਤੇ ਇਹਨਾਂ ਤਰਫੋਂ ਅੱਜ ਦਿਨ ਤੱਕ ਕੋਈ ਕੰਮ ਨਹੀਂ ਕੀਤਾ ਗਿਆ। ਔਰ ਅਸੀਂ ਇਹ ਵੀ ਸੰਗਤ ਤੱਕ ਲੈ ਕੇ ਜਾ ਰਹੇ ਹਾਂ ਕਿ ਅਸੀਂ ਇੱਕ ਧਰਮ ਪ੍ਰਚਾਰ ਕਮੇਟੀ ਬਣਾਵਾਂਗੇ ਜਿਹੜੀ ਹਰ ਇਲਾਕੇ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਵਿਰਸੇ ਨਾਲ, ਆਪਣੇ ਧਰਮ ਨਾਲ ਜੋੜੇਗੀ, ਧਰਮ ਦਾ ਗਿਆਨ ਉਹਨਾਂ ਨੂੰ ਦੇਗੀ, ਤਾਂ ਕਿ ਸਾਡਾ ਆਉਣ ਵਾਲੀ ਨਵੀਂ ਜਨਰੇਸ਼ਨ ਜਿਹੜੀ ਹੈ ਉਹ ਸਿੱਖੀਜ਼ਮ ਦੇ ਰਾਹ ਤੋਂ ਭਟਕੇ ਨਾ ਔਰ ਗੁਰਬਾਣੀ ਨਾਲ ਜੁੜੇ, ਸਿੱਖੀ ਨਾਲ ਜੁੜੇ, ਤਾਂ ਕਿ ਅਸੀਂ ਆਪਣਾ ਭਵਿੱਖ ਜਿਹੜਾ ਉਸ ਨੂੰ ਮਹਿਫੂਜ਼ ਰੱਖ ਸਕੀਏ। ਅਤੇ ਬਾਕੀ ਜਿਹੜੀ ਗੱਲ ਹੈ ਕਿ ਚਲੋ ਇਸ ਤੋਂ ਅੱਗੇ ਬਿਲਕੁਲ ਤੁਸੀਂ ਜਿਹੜੇ ਤਿੰਨੋਂ ਮੁੱਦੇ ਜਿਹੜੇ ਰੱਖੇ ਨੇ ਉਹ ਸਿੱਖ ਕੌਮ ਲਈ ਬਹੁਤ ਹੀ ਮਾਇਨੇ ਰੱਖਦੇ ਹਨ। ਅਤੇ ਚਾਹੀਦਾ ਵੀ ਹੈ ਟਾਈਮ ਦੇ ਅਨੁਸਾਰ ਕਿ ਜਿਹੜਾ ਆਉਣ ਵਾਲਾ ਟਾਈਮ ਤੁਸੀਂ ਆਪ ਹੀ ਕਿਹਾ ਕਿ ਬੜਾ ਭਿਆਨਕ ਆ ਰਿਹਾ ਹੈ। ਅਤੇ ਅਗਰ ਆਪਾਂ ਹੁਣ ਵੀ ਸੁਚੇਤ ਨਾ ਹੋਏ ਇਸ ਚੀਜ਼ ਤੋਂ, ਹੁਣ ਵੀ ਪ੍ਰਬੰਧਕਾਂ ਤੋਂ ਇਹ ਸਵਾਲ ਅਗਰ ਨਹੀਂ ਪੁੱਛ ਸਕੇ ਤਾਂ ਫਿਰ ਕਿਧਰ ਨਾ ਕਿਧਰੇ ਦੇਰੀ ਵੱਲ ਪਾਸੇ ਵੀ ਆਪਾਂ ਜਾਵਾਂਗੇ। ਅਤੇ ਮੈਂ ਹੁਣ ਆਖਿਰ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਤੁਸੀਂ ਕਿਹੜਾ ਸੰਦੇਸ਼ ਆਖਰੀ ਜਿਹੜਾ ਸੰਗਤ ਨੂੰ ਦੇਣਾ ਚਾਹੋਗੇ, ਅਤੇ ਜਿਹੜਾ ਨਾਮ ਮੈਂ ਪੁੱਛ ਸਕਾਂ ਹਾਂ, ਅਤੇ ਮੈਂ ਚਾਹਾਂਗਾ ਕਿ ਤੁਸੀਂ ਦਰਸ਼ਕਾਂ ਨੂੰ ਦੱਸੋ। ਮੇਰੀ ਗੁਰੂ ਪਿਆਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 47 ਦੇ ਵਿੱਚ ਅਸੀਂ ਉਜੜ ਕੇ ਇੱਥੇ ਜੰਮੂ 'ਚ ਆਏ ਸਾਂ। ਸਾਡੇ ਬਜ਼ੁਰਗਾਂ ਨੇ ਉਸ ਵੇਲੇ ਆਪਣੀ ਜਥਾ ਸ਼ਕਤੀ ਦੇ ਨਾਲ ਜੰਮੂ ਸ਼ਹਿਰ ਦੇ ਹਾਰਟ ਵਿੱਚ ਕਾਫੀ ਖੂਬਸੂਰਤ ਸੁੰਦਰ ਗੁਰਦੁਆਰੇ ਬਣਾਏ ਜੋ ਤੁਹਾਡੇ ਸਾਹਮਣੇ ਹਨ। ਸਮਾਧ ਮਾਰਨੀ ਚੰਦ ਕੌਰ ਦੀ ਵਿੱਚ ਜਗ੍ਹਾ ਸੀ 240 ਕਨਾਲ ਲੈਂਡ, ਉਹ ਵੀ ਖੁਰਦ-ਬੁਰਦ ਹੋ ਗਈ। ਰਣਾਤ ਬਾਜ਼ਾਰ ਦੇ ਅੰਦਰ ਗੁਰਦੁਆਰਾ ਸਿੰਘ ਸਭਾ, ਉਸ ਦੇ ਨਾਲ ਅੱਗੇ ਗੁਰਦੁਆਰਾ ਮਾਈ ਰਾਮਾ ਦਾ ਗੁਰਦੁਆਰਾ ਸੀ, ਕਲਗੀਧਰ ਗੁਰਦੁਆਰਾ, ਜੈਨ ਬਾਜ਼ਾਰ ਦੇ ਅੰਦਰ ਗੁਰਦੁਆਰਾ ਬਾਬਾ ਚੰਦਾ ਸਿੰਘ ਜੀ ਲਖਦਾਤਾਵਾਰ ਗੁਰਦੁਆਰਾ ਸਾਹਿਬ, ਉਹਦੇ ਬਾਅਦ ਸ਼ਾਲਾਮਾਰ ਰੋਡ 'ਤੇ ਭਾਈ ਨਿਰੰਜਨ ਦਾਸ ਜੀ ਦਾ ਗੁਰਦੁਆਰਾ ਸਾਹਿਬ। ਤੋ ਇਹ ਇਤਨੇ ਖੂਬਸੂਰਤ ਗੁਰਦੁਆਰੇ ਉਹਨਾਂ ਨੇ ਆਪਣੇ ਜੱਥਾ ਸ਼ਕਤੀ ਨਾਲ ਬਣਾਏ ਤਾਂ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਦੇਖ ਸਕੇ ਕਿ ਸਾਡੇ ਬਜ਼ੁਰਗ ਉਸ ਵੇਲੇ 47 ਦੇ ਵਿੱਚ ਜਿੰਨੀ ਉਹਨਾਂ ਦੀ ਸੋਰਸ ਆਫ ਇਨਕਮ ਸੀ ਉਸ ਦੇ ਬਾਵਜੂਦ ਕਿਤਨੇ ਖੂਬਸੂਰਤ ਗੁਰਦੁਆਰੇ ਨੇ ਬਣਾਏ। ਲੇਕਿਨ ਬਦਕਿਸਮਤੀ ਨਾਲ ਕਹਿਣਾ ਪਏਗਾ ਕਿ ਜਿਹੜੀ ਮੌਜੂਦਾ ਪ੍ਰਬੰਧਕ ਕਮੇਟੀ ਪਿੱਛੇ ਗੁਜ਼ਰੀ ਹੈ, ਜੋ ਉਹਨਾਂ ਦੀ ਕਾਰਗਰਦਰੀਆਂ ਹੋਈਆਂ ਹਨ ਉਹ ਸਾਰੀ ਸੰਗਤ ਅੱਛੀ ਤਰ੍ਹਾਂ ਜਾਣਦੀ ਹੈ। ਖੁਦ ਸਾਡੇ ਇੱਕ ਸਾਬਕਾ ਮੈਂਬਰ DGPC ਦੇ, ਉਹਨਾਂ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਇਸ ਨੂੰ ਵੇਚਣਾ ਨਹੀਂ ਕਹਿੰਦੇ,
ਕਿਉਂਕਿ ਸਾਡੇ ਕੋਲ ਗ੍ਰੰਥੀ ਸਾਹਿਬਾਨ ਦੀ ਇੱਕ ਚਿੱਠੀ ਆਈ ਹੈ ਕਿ ਗੁਰਦੁਆਰਾ ਮਾਈ ਰਾਮਾ ਜਿਹੜਾ ਸੀ ਉਹਦੇ ਵਿੱਚ 2.5 ਸਾਲ ਤੋਂ ਪ੍ਰਕਾਸ਼ ਮਹਾਰਾਜ ਦਾ ਨਹੀਂ ਹੋਇਆ, ਬੇਅਦਬੀ ਹੋ ਰਹੀ ਸੀ। ਅਸੀਂ ਜਾ ਕੇ ਇੰਸਪੈਕਸ਼ਨ ਕੀਤੀ ਤੇ ਵਾਕਈ ਪਾਇਆ ਕਿ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋਇਆ, ਬੇਅਦਬੀ ਹੋਈ। ਲਿਹਾਜ਼ਾ ਅਸੀਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਗੁਰਦੁਆਰਾ ਸਾਹਿਬ ਨੂੰ ਲੀਜ਼ ਉੱਪਰ ਦੇ ਦਿੱਤਾ, ਪੂਰੀ ਕਲਾਥ ਹਾਊਸ ਨੂੰ 56 ਲੱਖ ਦਾ। ਮੈਂ ਤੁਹਾਨੂੰ ਆਪਣੀ ਤਰਫੋਂ 1 ਕਰੋੜ ਰੁਪਇਆ ਤੁਹਾਨੂੰ ਮੈਂ ਅੱਜ ਦੇਣ ਨੂੰ ਤਿਆਰ ਹਾਂ। ਮੈਨੂੰ ਰਣਾਥ ਬਾਜ਼ਾਰ ਦੇ ਅੰਦਰ 1 ਮਰਲਾ ਜਗ੍ਹਾ ਲੈ ਕੇ ਦੱਸ ਦਿਓ ਕਰੋੜ ਰੁਪਏ ਦੀ। ਰਣਾਥ ਬਾਜ਼ਾਰ ਜਿਹੜਾ ਹੈ ਬਿਜ਼ਨਸ ਦਾ ਹੱਬ ਹੈ। ਅਸੀਂ ਤੁਹਾਨੂੰ ਚੁਣ ਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾ ਕੇ ਭੇਜਿਆ ਸੀ ਗੁਰੂ ਘਰ ਦੀਆਂ ਸੇਵਾ ਸੰਭਾਲ ਦੇ ਵਾਸਤੇ। ਅਗਰ ਉੱਥੇ 2.5 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋਇਆ ਤੇ ਉਹ ਜਿਹੜਾ ਕੰਸਰਨ ਇਲਾਕੇ ਦਾ ਜਿਹੜਾ ਮੈਂਬਰ ਸੀ ਉਹ ਕੀ ਕਰ ਰਿਹਾ ਸੀ? ਕਿਉਂ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋਇਆ? ਕਿਉਂ ਗ੍ਰੰਥੀ ਸਾਹਿਬਾਨ ਨੂੰ ਅਪਾਇੰਟ ਨਹੀਂ ਕੀਤਾ ਗਿਆ? ਕਿਉਂ ਉੱਥੇ ਰਾਗੀ ਸਿੰਘ ਸਾਹਿਬਾਨ ਨਹੀਂ ਅਪਾਇੰਟ ਕੀਤੇ ਗਏ? ਤੇ ਉਸ ਤੋਂ ਬਾਅਦ ਤੁਹਾਨੂੰ ਕਿਹਨੇ ਪਾਵਰ ਦੇ ਦਿੱਤੀ ਕਿ ਤੁਸੀਂ ਸਿੱਖ ਕੌਮ ਤੋਂ ਪੁੱਛੇ ਬਗੈਰ ਉਸ ਗੁਰਦੁਆਰੇ ਨੂੰ ਲੀਜ਼ ਉੱਪਰ ਦੇ ਦਿੱਤਾ 56 ਲੱਖ ਦਾ, ਜੋ ਐਜ਼ ਪਰ ਹੁਣ ਉਹਨਾਂ ਦੇ ਵਰਡਨ ਅੰਦਰੋਂ ਕੀ ਡੀਲ ਹੋਈ ਆ ਉਹ ਅਸੀਂ ਨਹੀਂ ਜਾਣਦੇ। ਇਸ ਤਰ੍ਹਾਂ ਹੋਰ ਵੀ ਪ੍ਰਾਪਰਟੀਆਂ ਖੁਰਦ-ਬੁਰਦ ਹੋਈਆਂ ਟਾਹਲੀ ਸਾਹਿਬ ਦੀਆਂ ਦੁਕਾਨਾਂ ਦੇ ਮਸਲੇ ਵਿੱਚ। ਹੋਰ ਧਾਰਮਿਕ ਸਮਾਗਮ ਕਰਾਉਂਦੇ ਹਨ, ਜਿਹੜੀਆਂ ਗੋਲਕਾਂ ਇਕੱਠੀਆਂ ਹੁੰਦੀਆਂ ਹਨ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਹਨ, ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਤੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਮੰਦਭਾਗੀਆਂ ਹਨ। ਧਰਮ ਦਾ ਪ੍ਰਚਾਰ ਇਹਨਾਂ ਨੇ ਕੁਛ ਨਹੀਂ ਕੀਤਾ, ਪੰਜਾਬੀ ਬੋਲੀ ਦੇ ਬਾਰੇ ਇਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ। ਗੁਰੂ ਘਰ ਦੇ ਸੇਵਾਦਾਰ ਰਾਗੀਆਂ ਸਾਹਿਬ ਵਾਸਤੇ ਕੋਈ ਇਹਨਾਂ ਨੇ ਉਹਨਾਂ ਦੀ ਤਰੱਕੀ ਵਾਸਤੇ, ਉਹਨਾਂ ਦੀ ਆਮਦਨ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ, ਬਲਕਿ ਸਿਰਫ ਗੁਰੂ ਘਰ ਦੀਆਂ ਪ੍ਰਾਪਰਟੀਆਂ ਨੂੰ ਖੁਰਦ-ਬੁਰਦ ਹੀ ਕਰਦੇ ਰਹੇ ਆਪਣੀ ਕੁਰਸੀਆਂ ਵਾਸਤੇ। ਔਰ ਬੜੀ ਹੈਰਾਨੀ ਦੀ ਗੱਲ ਹੈ, ਹੁਣ ਜਦ ਅਸੀਂ ਇਲੈਕਸ਼ਨ 'ਚ ਆਏ ਹਾਂ, ਮੈਂ ਵੀ ਇਸ ਇਲੈਕਸ਼ਨ ਦੇ ਵਿੱਚ ਉਤਰਿਆ ਹਾਂ। ਜਿਵੇਂ ਮੈਂ ਕੰਪੇਨ 'ਚ ਜਾਂਦਾ ਹਾਂ ਤੇ ਮੈਂ ਦੇਖਦਾ ਹਾਂ ਇਹਨਾਂ ਦੀਆਂ ਹੋਰਡਿੰਗਾਂ ਲੱਗੀਆਂ ਦੀਆਂ, ਵੱਡੇ ਫਲੈਕਸ ਲਗੇ ਦੇ ਜਗ੍ਹਾ ਜਗ੍ਹਾ। ਕਿਆ ਉਹ ਦੜਪ ਦਾ ਮੇਰਾ ਏਰੀਆ ਹੈ, ਕਿਆ ਅਜੀਤ ਨਗਰ ਦਾ ਏਰੀਆ ਹੈ, ਗਾਡੀਗੜ੍ਹ ਦਾ ਏਰੀਆ ਹੈ, ਰਾਏਪੁਰ ਸਤਵਾਰੀ ਦਾ ਏਰੀਆ ਹੈ, ਬੇਲੀ ਚਰਾਨ ਦਾ ਏਰੀਆ ਹੈ। ਨਾ ਕਰਦੇ ਇਹ ਜਿਹੜੇ ਕੈਂਡੀਡੇਟਾਂ ਨੇ ਇੱਥੇ ਫਲੈਕਸ ਔਰ ਆਪਣੇ ਵੱਡੇ ਬੈਰੀ ਉਹ ਜਿਹੜੇ ਹੋਰਡਿੰਗ ਲਗਾਈ ਦੀ ਹੈ ਨਾ ਕਰਦੇ 20-25 ਲੱਖ ਰੁਪਏ ਇਹਨਾਂ ਨੇ ਖਰਚ ਕੀਤਾ ਹੈ। ਮੈਂ ਪੁੱਛਣਾ ਚਾਹੁੰਦਾ ਕਿਸ ਵਾਸਤੇ? ਤੁਸੀਂ ਤੇ ਗੁਰੂ ਘਰ ਦੇ ਮੈਂਬਰ ਬਣ ਕੇ, ਸੇਵਾਦਾਰ ਬਣ ਕੇ ਨਿਸ਼ਕਾਮ ਸੇਵਾ ਕਰਨੀ ਹੈ। ਇਹ 20-25 ਲੱਖ ਰੁਪਏ ਜਿਹੜਾ ਤੁਸੀਂ ਖਰਚ ਕਰ ਰਹੇ ਹੋ, ਇਹ ਕਿੱਥੋਂ ਪੂਰਾ ਕਰੋਗੇ? ਗੁਰੂ ਘਰਾਂ 'ਚ ਪੂਰਾ ਕਰੋਗੇ? ਕਿਆ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹਨ, ਸਟੇਟ ਲੈਜਿਸਲੇਚਰ ਦੀ ਇਲੈਕਸ਼ਨ ਹਨ, ਜਿੱਥੋਂ ਤੁਹਾਨੂੰ ਫੰਡ ਮਿਲਣਗੇ ਤੇ ਤੁਸੀਂ ਆਪੇ ਵੀ ਖਾਓਗੇ ਤੇ ਆਪਣੇ ਸਾਥੀ ਨੂੰ ਵੀ ਖਿਲਾਓਗੇ। ਬਿਲਕੁਲ ਕਿਧਰੇ ਜਿਹੜੇ ਮੁੱਦੇ ਇਹਨਾਂ ਨੇ ਆਖਰੀ ਮੁੱਦਾ ਰੱਖਿਆ, ਇਹ ਕਿਧਰੇ ਨਾ ਕਿਧਰੇ ਸੰਗਤ ਨੂੰ ਵੀ ਚਾਹੀਦਾ ਕਿ ਇਹਦੇ ਉੱਪਰ ਵੱਧ ਚੜ੍ਹ ਕੇ ਸੋਚ ਕੇ ਵਿਚਾਰ ਕੇ ਸਾਰਿਆਂ ਦੇ ਸਾਹਮਣੇ ਰੂਬਰੂ ਕਰਨਾ, ਤਾਂ ਕਿ ਆਉਣ ਵਾਲੇ ਜਦੋਂ ਇਲੈਕਸ਼ਨਸ ਹੋਣ ਤੇ ਇਨ ਮੁੱਦਿਆਂ ਦਾ ਸਾਨੂੰ ਜ਼ਿਕਰ ਕਰਨ ਦੀ ਜ਼ਰੂਰਤ ਹੀ ਨਾ ਪਏ। ਚੁਣੀ ਹੋਈ ਜਿਹੜੀ ਵੀ ਕਮੇਟੀ ਅੱਗੇ ਆਏ ਜਾਂ ਸਾਧ ਸੰਗਤ ਜਿਹੜੀ ਅੱਗੇ ਆਏ, ਉਹ ਇਹ ਕੰਮ ਕਰ ਸਕਣ ਤੇ ਉਸ ਦੇ ਉੱਪਰ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇ ਸਕਣ, ਕਿਉਂਕਿ ਇਨ ਕੰਮਾਂ ਦੇ ਉੱਪਰ ਕਿਧਰੇ ਨਾ ਕਿਧਰੇ ਉਹਨਾਂ ਦਾ ਨਜ਼ਰੀਆ ਆਉਣਾ ਚਾਹੀਦਾ ਹੈ। ਤੇ ਹੁਣ ਅਗਰ ਕੋਈ ਗੱਲ ਰਹਿ ਗਈ ਹੋਏ ਵੀਰ ਜੀ, ਲਾਸਟ ਤੁਸੀਂ ਮੈਂ ਚਾਹਾਂਗਾ ਕਿ ਇਹਨੂੰ ਕਹਿ ਕੇ ਸੰਗਤ ਦੇ ਸਾਹਮਣੇ ਕਰਦਾ ਹਾਂ। ਦੇਖੋ, ਜਿੰਨੇ ਵੀ ਕੈਂਡੀਡੇਟ ਖੜੇ ਹਨ ਸਭ ਸਾਡੇ ਆਪਣੇ ਹੀ ਹਨ, ਬਹੁਤ ਅੱਛੇ ਕੈਂਡੀਡੇਟ ਹਨ ਸਾਰੇ, ਕੋਈ ਕੈਂਡੀਡੇਟ ਮਾੜਾ ਨਹੀਂ ਹੈ। ਔਰ ਮੈਂ ਇੱਥੇ ਕਹਾਂਗਾ ਸਾਰੇ ਆਪਣੇ ਸਾਡੇ ਕਲੋਜ਼ ਆਪਣੇ ਭਾਈਚਾਰੇ ਵਿੱਚ ਹੀ ਹਨ, ਕੋਈ ਬਾਹਰ ਦਾ ਕੈਂਡੀਡੇਟ ਨਹੀਂ। ਲੇਕਿਨ ਜੋ ਮੈਂ ਦੇਖ ਰਿਹਾ ਹਾਂ ਕਿ ਇਹ ਪੈਸੇ ਦੀ ਜਿਹੜੀ ਵਰਤੋਂ ਹੋ ਰਹੀ ਹੈ, ਔਰ ਇੱਥੇ ਤੱਕ ਸ਼ਰਾਬਾਂ ਦੀ ਵੀ ਵਰਤੋਂ ਹੋ ਰਹੀ ਹੈ, ਸ਼ਰਾਬਾਂ ਵੀ ਵੰਡੀਆਂ ਜਾ ਰਹੀਆਂ, ਲੰਗਰ ਲਗਾਏ ਜਾ ਰਹੇ ਹਨ, ਆਫਿਸ ਖੋਲ੍ਹੇ ਦੇਣ। ਭਾਈ ਕਿਸ ਵਾਸਤੇ ਆਫਿਸ ਖੋਲ੍ਹੇ ਦੇਣ? ਤੁਸੀਂ ਕੋਈ ਥੋੜ੍ਹਾ ਬਹੁਤਾ ਮੈਨੂੰ ਸਮਝਾ ਦਿਓ ਨਾ, ਮੈਨੂੰ ਵੀ ਥੋੜ੍ਹਾ ਜਿਹਾ ਦਿਮਾਗ 'ਚ ਮੇਰੀ ਗੱਲ ਪਏ ਕਿ ਤੁਸੀਂ ਜਿਹੜੇ ਚੱਲਦੇ ਹੋ ਪੂਰਾ ਦਾ ਪੂਰਾ ਤੁਸੀਂ ਕਬੀਲਾ ਨਾਲ ਲੈ ਕੇ ਅਹਿਮਦ ਸ਼ਾਹ ਅਬਦਾਲੀ ਤਰ੍ਹਾਂ ਪੂਰਾ ਦਾ ਪੂਰਾ ਕਾਫਲਾ ਲੈ ਕੇ ਨਾਲ ਚੱਲਦੇ ਹੋ। ਭਾਈ ਕਾਹਦੇ ਲਈ? ਇਹ ਮਸਲ ਪਾਵਰ, ਇਹ ਮਨੀ ਪਾਵਰ, ਇਹ ਸ਼ਰਾਬ ਦੀ ਪਾਵਰ ਕਿਉਂ ਯੂਜ਼ ਕਰ ਰਹੇ ਹੋ? ਕਿਸ ਵਾਸਤੇ? ਗੁਰੂ ਘਰ ਦੀ ਨਿਸ਼ਕਾਮ ਸੇਵਾ ਵਾਸਤੇ? ਇਹ ਹੁਣ ਇਸ ਇਲਾਕੇ ਦੀ ਸੰਗਤ ਨੇ ਸੋਚਣਾ ਹੈ। ਬਿਲਕੁਲ ਕੈਂਡੀਡੇਟ ਸਾਰੇ ਅੱਛੇ ਨੇ, ਮੈਂ ਕਿਸੇ ਕੈਂਡੀਡੇਟ ਨੂੰ ਮਾਰਾ ਨਹੀਂ ਕਹਾਂਗਾ, ਸਭ ਬਹੁਤ ਅੱਛੇ ਗੁਰਸਿੱਖ ਸਭ ਕੈਂਡੀਡੇਟ ਨੇ। ਹੁਣ ਇਸ ਸੰਗਤ ਨੂੰ ਮੈਂ ਕਹਾਂਗਾ, ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਅੱਜ ਪਾਵਰ ਤੁਹਾਡੇ ਕੋਲ ਹੈ, ਅੱਜ ਤੁਸਾਂ ਸੋਚਣਾ ਹੈ
ਕਿ ਅਸੀਂ ਕਿਹਨੂੰ ਵੋਟ ਪਾਈਏ। ਕਿਸੇ ਭਾਈ ਭਤੀਜੀਵਾਦ ਦੇ ਵਿੱਚ ਨਾ ਆਇਓ, ਕਿਸੇ ਰਿਸ਼ਤੇਦਾਰੀ ਵਿੱਚ ਨਾ ਆਇਓ, ਔਰ ਖ਼ਾਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹਟ ਕੇ ਇੱਕ ਸੂਝਵਾਨ ਗੁਰਸਿੱਖ ਬਰਾਦਰੀ ਭਾਈਚਾਰੇ ਵਿੱਚ ਵਿਚਰਨ ਵਾਲਾ ਵਿਅਕਤੀ ਔਰ ਧਰਮ ਦਾ ਗਿਆਨੀ ਵਿਅਕਤੀ ਹੋਏ, ਉਸ ਨੂੰ ਵੋਟ ਪਾਇਓ। ਚਾਹੇ ਤੁਸੀਂ ਮੈਨੂੰ ਵੋਟ ਪਾਓ ਜਾਂ ਨਾ ਪਾਓ, ਕੱਲ੍ਹ ਨੂੰ ਤੁਹਾਨੂੰ ਪਛਤਾਣਾ ਨਾ ਪਏ ਕਿ ਅਸੀਂ ਇਸ ਬੰਦੇ ਨੂੰ ਜਿਤਾ ਕੇ ਅੱਗੇ ਲਿਆਂਦਾ ਔਰ ਇਸ ਬੰਦੇ ਨੇ ਕੌਮ ਦਾ ਸੱਤਿਆਨਾਸ਼ ਕਰ ਦਿੱਤਾ। ਇਹ ਅੱਜ ਪਾਵਰ ਤੁਹਾਡੇ ਕੋਲ ਹੈ, ਇਹ ਤੁਸੀਂ ਸੋਚਣਾ ਹੈ। ਸੋਚ ਸਮਝ ਕੇ ਆਪਣੀ ਮਤ ਦਾ ਦਾਨ ਕਰਿਓ। ਅੱਵਲ ਤਾਂ ਇਲੈਕਸ਼ਨ ਨਹੀਂ ਸੀ ਹੋਣੀ ਚਾਹੀਦੀ, ਇੱਥੇ ਸਿਲੈਕਸ਼ਨ ਚਾਹੀਦੀ ਸੀ, ਲੇਕਿਨ ਅਗਰ ਚਲੋ ਗੌਰਮੈਂਟ ਦੀਆਂ ਚਾਲਾਂ ਦੇ ਕਾਰਨ ਅਸੀਂ ਲੋਕ ਨਹੀਂ ਕਾਮਯਾਬ ਹੋਏ, ਇਹ ਸਾਡਾ ਇੱਕ ਬਦਕਿਸਮਤੀ ਹੈ। ਲੇਕਿਨ ਹੁਣ ਵੀ ਹਲੇ ਵੀ ਕੁਝ ਨਹੀਂ ਵਿਗੜਿਆ ਕੋਈ ਕਿਸੇ ਕਿਸਮ ਦਾ। ਜੋ ਮੈਂ ਅੱਜ ਦੇਖ ਰਿਹਾ ਹਾਂ ਜਿਸ ਹਿਸਾਬ ਦਾ, ਮੈਨੂੰ ਤਾਂ ਅੰਦੇਸ਼ਾ ਹੈ ਕਿ ਕਿਤੇ ਕੋਈ ਲੜਾਈ ਝਗੜਾ ਨਾ ਹੋਏ, ਕਿਤੇ ਕੋਈ ਆਪਸ ਵਿੱਚ ਰੰਜਿਸ਼ਬਾਜੀ ਦੇ ਕਾਰਨ ਕਿਸੇ ਦਾ ਬੱਚਾ ਨੁਕਸਾਨ ਨਾ ਹੋ ਜਾਏ। ਇਸ ਲਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਲੜਾਈ ਝਗੜੇ ਤੋਂ ਪਰੇ ਹਟ ਕੇ ਇਹ ਮਤ ਦੇ ਦਾਨ ਦਾ ਪਾਵਰ ਤੁਹਾਡੇ ਕੋਲ ਹੈ। ਸਭ ਕੈਂਡੀਡੇਟ ਅੱਛੇ ਹਨ, ਇਹ ਤੁਸੀਂ ਘਰ ਵਿੱਚ ਬਹਿ ਕੇ ਇਹ ਵਿਚਾਰਨਾ ਹੈ ਕਿ ਅਸੀਂ ਕਿਸ ਕੈਂਡੀਡੇਟ ਨੂੰ ਅੱਗੇ ਲਿਆਈਏ ਜਿਹੜਾ ਆਉਣ ਵਾਲੀ ਸਾਡੀ ਕੌਮ ਦਾ ਸਹੀ ਵੈਲ ਵਿਸ਼ਰ ਹੋਏ ਔਰ ਕੌਮ ਨੂੰ ਸਹੀ ਰਸਤੇ ਲੈ ਕੇ ਚਲੇ। ਇਹਨਾਂ ਲਫ਼ਜ਼ਾਂ ਨਾਲ ਹੀ ਮੈਂ ਖਿਮਾ ਦਾ ਜਾਚਕ ਹਾਂ। ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾफ़ ਕਰਨਾ ਜੇ ਕਿਸੇ ਦੀ ਸ਼ਾਨ 'ਚ ਮੈਂ ਬੋਲ ਗਿਆ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਹੜੀ ਇਲੈਕਸ਼ਨ ਹੈ, ਮੈਂ ਪਹਿਲਾਂ ਵੀ ਦੁਹਰਾਉਂਦਾ, ਜਿੱਦਾਂ ਵੀ ਮਤਲਬ ਨੁਮਾਇੰਦਿਆਂ ਦੇ ਜਿਹੜਾ ਇੰਟਰਵਿਊ ਤੁਹਾਡੇ ਸਾਹਮਣੇ ਰੂਬਰੂ ਕਰਦਾ ਕਿ ਜਦ 27 ਤਰੀਕ ਨੂੰ ਇਲੈਕਸ਼ਨ ਦੀ ਜਦੋਂ ਰਿਜ਼ਲਟ ਆਉਣ ਨਾ, 28 ਤਰੀਕ ਨੂੰ ਜਦੋਂ ਤੁਸੀਂ ਗੁਰੂ ਸਾਹਿਬ ਦੇ ਅੱਗੇ ਹਾਜ਼ਰ ਨਾਜ਼ਰ ਹੋ ਕੇ ਆਪਣੀ ਜਿਹੜੀ ਸੇਵਾ ਨੂੰ ਲਵੋ, ਤੇ ਉਸ ਦੇ ਵਿੱਚ ਇਹ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਕਿਸੇ ਧਿਰ ਦੇ ਹੋ ਜਾਂ ਤੁਸੀਂ ਕਿਸੇ ਅਲੱਗ ਪਾਰਟੀ ਦੇ ਹੋ। ਤੁਸੀਂ ਇੱਕ ਸੰਗਤ ਦੇ ਵਿੱਚ ਹੀ ਵਿਚਰਨਾ ਹੈ। ਤੇ ਕਿਧਰ ਨਾ ਕਿਧਰ ਇਹ ਸੰਦੇਸ਼ ਜਿਹੜੀ ਇਲੈਕਸ਼ਨ ਕਰਵਾਉਣ ਦਾ ਵੀ ਗੌਰਮੈਂਟ ਦਾ ਜਿਹੜਾ ਉਹ ਚਾਹੁੰਦੇ ਸੀ, ਜਿਹੜੀ ਉਹਨਾਂ ਦੀ ਸੋਚ ਸੀ, ਉਹ ਵੀ ਕਿਧਰ ਨਾ ਕਿਧਰ ਜਿਹੜੀ ਹੈ ਉਹ ਖਤਮ ਹੋ ਸਕੇ। ਤੇ ਅਗਰ ਤੁਹਾਡੇ ਦਿਲ ਦੇ ਵਿੱਚ ਐਸਾ ਕੁਝ ਹੋਏ ਵੀਰ ਜੀ ਕਹਿਣ ਦਾ, ਕਿਉਂਕਿ ਤੁਸੀਂ ਐਸੇ ਮੁੱਦੇ ਵੀ ਜਿਹੜੇ ਚੁੱਕੇ ਹਨ ਜਿਹੜੇ ਕੌਮ ਦੇ ਸਾਹਮਣੇ ਆਉਣੇ ਵੀ ਚਾਹੀਦੇ ਹਨ, ਅਗਰ ਇਹਦੇ ਬਾਰੇ ਵਿੱਚ ਅਗਰ ਤੁਸੀਂ ਤੁਹਾਡੇ ਕੋਲ ਹੈ ਕੁਝ ਤਾਂ ਵੀਰ ਜੀ ਤੁਸੀਂ ਦੱਸ ਵੀ ਸਕਦੇ ਹੋ। ਮੈਂ ਸਿਰਫ ਇਹ ਕਹਿੰਦਾ ਕਿ ਇਸ ਇਲਾਕੇ ਦੀ ਸੰਗਤ ਭਲੀ ਭਾਂਤ ਜਾਣਦੀ ਹੈ ਸ਼ਰਾਬਾਂ ਕਿੱਥੇ ਵਰਤੀਆਂ ਜਾ ਰਹੀਆਂ ਹਨ। ਮੈਨੂੰ ਪਾਰਟੀਕੂਲਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਸਭ ਕੈਂਡੀਡੇਟ ਮੈਂ ਤੁਹਾਨੂੰ ਪਹਿਲੇ ਅਰਜ਼ ਕੀਤੀ ਆ, ਕੈਂਡੀਡੇਟ ਸਾਰੇ ਅੱਛੇ ਹਨ, ਲੇਕਿਨ ਇਹ ਜਿਹੜੀ ਰੈਟ ਰੇਸ ਲੱਗੀ ਹੈ ਇਹ ਮੈਂਬਰ ਬਣਨ ਦੀ, ਇਸ ਤੋਂ ਥੋੜ੍ਹਾ ਜਿਹਾ ਮਨ ਵਿੱਚ ਇੱਕ ਦੁੱਖ ਜਿਹਾ ਪੈਦਾ ਹੁੰਦਾ ਹੈ ਕਿ ਕਿਆ ਇਹ ਗੁਰੂ ਘਰ ਦੇ ਨਿਸ਼ਕਾਮ ਸੇਵਾ ਦੀ ਵਾਸਤੇ ਇਲੈਕਸ਼ਨ ਹੋ ਰਹੀ ਹੈ ਜਾਂ ਕਿਸੇ ਹੋਰ ਮਕਸਦ ਵਾਸਤੇ ਹੋ ਰਹੀ ਹੈ। ਇਹ ਗੁਰੂ ਪਿਆਰੀ ਸਾਧ ਸੰਗਤ ਨੇ ਦੇਖਣਾ ਹੈ। ਸਾਧ ਸੰਗਤ ਜੀ, ਇਸ ਲਈ ਤੁਹਾਡੇ ਕੋਲ ਪਾਵਰ ਹੈ, ਤੁਹਾਡੇ ਹੱਥ ਸਭ ਕੁਝ ਹੈ। ਤੁਸੀਂ ਦੇਖਣਾ ਹੈ ਕਿ ਅਸਾਂ ਵੋਟ ਕਿਹਨੂੰ ਪਾਉਣਾ ਹੈ। ਕੈਂਡੀਡੇਟ ਸਭ ਅੱਛੇ ਨੇ, ਕੋਈ ਕੈਂਡੀਡੇਟ ਮਾੜਾ ਨਹੀਂ ਜੇ, ਲੇਕਿਨ ਤੁਸੀਂ ਇਹ ਦੇਖੋ ਕਿ ਕੌਮ ਦੀ ਸਹੀ ਅਗਵਾਈ ਕੌਣ ਕਰ ਸਕਦਾ ਹੈ। ਸਾਨੂੰ ਇਸ ਲਈ ਪੜ੍ਹਿਆ ਲਿਖਿਆ ਸੂਝਵਾਨ ਬਰਾਦਰੀ ਭਾਈਚਾਰੇ ਵਿੱਚ ਵਿਚਰਨ ਵਾਲਾ ਵਿਅਕਤੀ, ਧਰਮ ਦਾ ਗਿਆਨੀ ਵਿਅਕਤੀ ਸਾਨੂੰ ਚਾਹੀਦਾ ਹੈ ਜਿਹੜਾ ਸਾਨੂੰ ਧਰਮ ਨੂੰ ਸਹੀ ਸੇਧ ਦੇ ਸਕੇ। ਬਸ ਮੈਂ ਇੰਨੀ ਹੀ ਗੱਲਾਂ ਨਾਲ ਖਿਮਾ ਦਾ ਜਾਚਕ। ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ। ਪੂਰੀ ਇੱਕ ਬਾਣੀ ਚੈਨਲ ਦੇ ਵਰਗੂ ਮੈਂ ਤੁਹਾਨੂੰ ਧੰਨਵਾਦ ਕਹਿੰਦਾ ਵੀਰ ਜੀ, ਅਤੇ ਸੰਗਤ ਨੂੰ ਇਹੀ ਅਪੀਲ ਹੈ ਕਿ ਆਪਸੀ ਭਾਈਚਾਰਾ ਜਿਹੜਾ ਬਣਾ ਕੇ ਰੱਖਣ ਤਾਂ ਕਿ ਇੱਕ ਅੱਛਾ ਮੈਸੇਜ ਜਿਹੜਾ ਸੁਸਾਇਟੀ ਦੀ ਵੱਲ ਜਾ ਸਕੇ। ਆਖਿਰ ਦੇ ਵਿੱਚ ਮੈਂ ਤੁਹਾਡੇ ਕੋਲ ਇਜਾਜ਼ਤ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रंग